नमस्कार आदाब सत श्री अकाल। मैं इम्तियाज बराड़ ਅਤੇ ਅੱਜ ਦੇ ਮੁੱਦੇ ਦੇ ਵਿੱਚ ਤੁਹਾਡਾ ਸਵਾਗਤ ਹੈ। ਪਿਛਲੇ ਦਿਨੀ ਤੇਜ਼ ਮੀਂਹ ਹਨੇਰੀ ਝੱਖੜ ਅਤੇ ਮੀਂਹ ਨੇ ਸੋਨੇ ਵਾਂਗ ਚਮਕ ਰਹੀ ਕਿਸਾਨਾਂ ਦੀ ਫਸਲ ਵਿਛਾ ਕੇ ਰੱਖ ਦਿੱਤੀ ਅਤੇ ਅੱਜ ਫੇਰ ਬੱਦਲਾਂ ਦੀ ਗਰਜ ਨਾਲ ਕਿਸਾਨ ਸਹਿਮਦੇ ਹੋਏ ਨਜ਼ਰ ਆ ਰਹੇ ਨੇ। ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਮੀਂਹ ਹਨੇਰੀ ਝੱਖੜ ਅਤੇ ਰੁਕ ਕੇ ਪਏ ਮੀਂਹ ਨੇ ਖੁੱਲੇ ਆਸਮਾਨ ਥੱਲੇ ਮੰਡੀਆਂ ਵਿੱਚ ਪਈ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। पंजाब के कई हिस्सों के अज फिर तेज़ हवावां हनेरी और मीह ने मंडियां विच खुले आसमान थले पई फसल और खेतों में खड़ी फसल का भी नुकसान किया है। मंडियां विच पंजाब सरकार वालों कणक की खरीद लई ठोस प्रबंध करने के दावियां की पोल खुलती हुई नज़र आ रही है। मंडियां विच फसल बेचण आए किसान बदलों की गर्जन तो सहमे हुए मीहां तो फसलों को बचाउण दे लई खुद के खर्चे के नाल तरपालां पल्लियां लिया के बचाउण दे यतन कर रहे हैं। ਇਹ ਹਾਲਾਤ ਜ਼ਿਲ੍ਹਾ ਬਠਿੰਡਾ ਦੀਆਂ ਮੰਡੀਆਂ ਦੇ ਵਿੱਚ ਵੇਖਣ ਨੂੰ ਮਿਲ ਰਹੇ ਨੇ, ਜਿੱਥੇ ਕਿਸਾਨ ਰੁਕ ਕੇ ਪੈ ਰਹੇ ਮੀਂਹ ਤੋਂ ਫਸਲ ਦੇ ਨੁਕਸਾਨ ਨੂੰ ਬਚਾਉਣ ਦੇ ਲਈ ਯਤਨ ਕਰ ਰਹੇ ਨੇ। ਇਹ ਜਿਹੜੇ ਦਾਅਵੇ ਕੀਤੇ ਹੋਏ ਜਮਾਂ ਖੋਖਲੇ ਦਾਅਵੇ ਆ ਜੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਸਰਕਾਰ ਦੀ ਨਾਲਾਇਕੀ ਇੱਥੋਂ ਸਿੱਧ ਹੋ ਜਾਂਦੀ ਹੈ ਵੀ ਮੌਸਮ ਦਾ ਜਿਹੜਾ ਮਿਜਾਜ ਬਦਲਣਾ ਸੀ 2 ਦਿਨ ਪਹਿਲਾਂ ਅਲਟੀਮੇਟ ਮਿਲ ਚੁੱਕਿਆ ਸੀ ਇਹਨਾਂ ਨੂੰ, ਪਰ ਇਹਨਾਂ ਦੇ ਪ੍ਰਬੰਧ ਦੇਖ ਲਓ। ਸਰਕਾਰ ਦਾ ਕੋਈ ਵੀ ਅਧਿਕਾਰੀ, ਕੋਈ ਵੀ ਲੀਡਰ, ਕੋਈ ਵੀ ਨਹੀਂ ਪਹੁੰਚਿਆ ਇੱਥੇ। ਉਹ ਤਾਂ ਆਪਦੀਆਂ ਮਤਲਬ ਤੁਹਾਨੂੰ ਪਤਾ ਹੈ ਮਿਹਰ ਬਣਾਉਣ ਦੇ ਵਿੱਚ ਬਿਜੀ ਹੋਏ ਹੋਏ ਸਾਰੇ। ਕੀ ਹਾਲ ਕੀ ਹੈ ਹੁਣ ਮੰਡੀ ਦਾ ਜੇ ਗੱਲ ਕਰੀਏ ਤਾਂ ਜੀ ਮੰਡੀਆਂ ਦੇ ਵਿੱਚ ਸ਼ੈਡਾਂ ਦੀ ਘਾਟ ਹੈ ਜੀ। ਆ ਤੁਸੀਂ ਦੇਖੋ ਮਤਲਬ ਚੌਥਾ ਹਿੱਸਾ ਫਸਲ ਬਾਹਰ ਪਈ ਹੈਗੀ, ਤੇ ਦੂਸਰਾ ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈ, ਤੀਸਰਾ ਇਹਦੀ ਕੋਈ ਘੇਰਾਬੰਦੀ ਨਹੀਂ ਹੈ ਵੀ ਬੰਦ ਨਹੀਂ ਹੁੰਦੀ ਮੰਡੀ, ਜਿਹਦੇ ਕਰਕੇ ਸਾਨੂੰ ਪਸ਼ੂਆਂ ਦੀ ਵੀ ਦਿੱਕਤ ਆਉਂਦੀ ਹੈ। ਤੇ ਮਾਰਕੀਟ ਕਮੇਟੀ ਦਾ ਐਡਾ ਬਜਟ ਆ, ਉਹ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦੇ ਰਹੀ ਸਾਨੂੰ ਇੱਥੇ ਮੰਡੀ ਦੇ ਵਿੱਚ। ਤੇ ਅਧਿਕਾਰੀਆਂ ਵੱਲੋਂ ਕੋਈ ਆਏ ਹੁਣ ਚੈਕਿੰਗ ਜਾਂ ਕਿਸੇ ਤਰ੍ਹਾਂ ਦੀ ਸਹੂਲਤ? ਨਹੀਂ ਬਿਲਕੁਲ ਵੀ ਨਹੀਂ ਜੀ। ਕੋਈ ਅਧਿਕਾਰੀ ਨੇ ਆ ਕੇ ਪੁੱਛਿਆ ਵੀ ਨਹੀਂ, ਮੇਰੇ ਹਿਸਾਬ ਨਾਲ ਦੇਖਿਆ ਵੀ ਨਹੀਂ ਆ ਕੇ ਵੀ ਇੱਥੇ ਬਾਰਿਸ਼ ਹੋ ਰਹੀ ਹੈ ਤੇ ਵੀ ਫਸਲਾਂ ਦਾ ਕੀ ਨੁਕਸਾਨ ਹੋ ਰਿਹਾ, ਕੀ ਹੋ ਰਿਹਾ। ਕੀ ਮੰਗ ਕੀ ਕਰਦੇ ਹੋ ਮੁੱਖ ਮੰਤਰੀ ਤੋਂ? ਮੰਗ ਆਹੀ ਹੈ ਜੀ, ਮੰਡੀ ਦੇ ਵਿੱਚ ਪੂਰੇ ਪ੍ਰਬੰਧ ਹੋਣੇ ਚਾਹੀਦੇ ਆ। ਮਾਰਕੀਟ ਕਮੇਟੀ ਆਪਦਾ ਜਿਹੜਾ ਰੋਲ ਆ ਉਹਦਾ ਉਹ ਨਿਭਾ ਨਹੀਂ ਰਹੀ। ਇੱਕ ਉਹ ਚਿੱਟਾ ਹਾਥੀ ਬਣ ਕੇ ਖੜੀ ਹੋਈ ਹੈ ਤੇ ਬਸ ਵੀ ਸ਼ੈਡਾਂ ਦੀ ਦੇਖੋ ਕਿੰਨੀ ਘਾਟ ਹੈ। ਲਗਭਗ ਚੌਥਾ ਹਿੱਸਾ ਫਸਲ ਬਾਹਰ ਪਈ ਹੈ ਇੱਥੇ, ਉਹ ਗਿੱਲੀ ਹੋ ਗਈ, ਉਹਨੂੰ ਮੋਇਸਚਰ ਵੱਧ ਗਿਆ ਤੇ ਉਹਨੂੰ ਚੱਕਣ ਦੇ ਵਿੱਚ ਸਾਨੂੰ ਵੀ ਘੱਟੋ ਘੱਟ ਹਫ਼ਤਾ ਲੇਟ ਹੋ ਗਿਆ ਸੀ। ਤੇ ਫਸਲ ਵੇਚਣ 'ਚ ਕੀ ਮੁਸ਼ਕਲਾਂ ਆ ਰਹੀਆਂ ਜੀ ਤੁਹਾਨੂੰ? ਫਸਲ ਵੇਚਣ ਦੇ ਵਿੱਚ ਇੱਕ ਤਾਂ ਮੇਨ ਗੱਲ ਤਾਂ ਹੋ ਗਈ ਜੀ, ਪਹਿਲਾਂ ਬੋਲੀ ਲੇਟ ਸ਼ੁਰੂ ਹੋਈ। ਮੈਂ ਇੱਥੇ 12 ਤਰੀਕ ਤੋਂ ਖੁਦ ਆਇਆ ਹੋਇਆ। ਬੋਲੀ ਲੇਟ ਸ਼ੁਰੂ ਹੋਈ, ਫਿਰ ਇਹਨਾਂ ਨੇ ਬਾਰਦਾਨਾ ਨਹੀਂ ਦਿੱਤਾ। ਜੋ ਬਾਰਦਾਨਾ ਆਉਣ ਲੱਗ ਗਿਆ ਫਿਰ ਲਿਫਟਿੰਗ ਨਹੀਂ ਹੋ ਰਹੀ, मतलब फसल आ रही है पर ਉਹਦੀ ਚੁਕਾਈ नहीं हो रही। दूसरे पासे बरगाड़ी ਅਤੇ ਕੋਟਕਪੂਰਾ ਮਾਮਲੇ ਨੂੰ ਲੈ ਕੇ ਰੱਖੀ ਪ੍ਰੈਸ ਕਾਨਫਰੰਸ 'ਚ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ SIT ਦੀ ਰਿਪੋਰਟ ਖਾਰਜ ਹੋਣ ਤੋਂ ਬਾਅਦ ਸਰਕਾਰ ਦੇ ਵਕਾਰ ਤੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਕਿ SIT ਦੀ ਜਾਂਚ ਰਿਪੋਰਟ ਜੋ ਸਰਕਾਰ ਕੋਲ ਹੈ ਉਸ ਨੂੰ ਜਨਤਕ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਨਵਜੋਤ ਸਿੰਘ ਸਿੱਧੂ CM ਸਿਟੀ ਦੇ ਵਿੱਚ ਆਪਣੇ ਗ੍ਰਹਿ ਵਿਖੇ ਰੱਖੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਸਰਦਾਰ ਸਿੱਧੂ ਨੇ ਸਰਕਾਰ ਤੇ ਸਵਾਲ ਕਰਦਿਆਂ ਕਿਹਾ ਕਿ ਬਰਗਾੜੀ ਅਤੇ ਕੋਟਕਪੂਰਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਹੀ ਮਾਵਾਂ ਦੀਆਂ ਕੁੱਖਾਂ ਉਜੜੀਆਂ ਅਤੇ ਕਈ ਘਰ ਬਰਬਾਦ ਹੋਏ ਕਿ ਤੁਸੀਂ ਅਜੇ ਤੱਕ ਜਾਂਚ ਰਿਪੋਰਟ ਪੜ੍ਹ ਹੀ ਨਹੀਂ ਸਕੇ। ਇਹ ਗੱਲ ਕੋਈ ਹਜ਼ਮ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਆਖਿਰ ਸਰਕਾਰ ਜਾਂਚ ਰਿਪੋਰਟ ਦੇ ਉੱਪਰ ਕਾਰਵਾਈ ਕਰਨ ਤੋਂ ਕਿਉਂ ਝਿਜਕ ਰਹੀ ਹੈ। ਸਿੱਧੂ ਨੇ ਨਾਲ ਹੀ ਕਿਹਾ ਕਿ ਬਰਗਾੜੀ ਅਤੇ ਕੋਟਕਪੂਰਾ ਵਿਖੇ ਹੋਈ ਬੇਅਦਬੀ ਨਾ ਭੁੱਲਣ ਯੋਗ ਵਾਲਾ ਮੁੱਦਾ ਹੈ, ਸਾਰਿਆਂ ਲਈ ਇਹ ਨਾਸੂਰ ਬਣ ਚੁੱਕਿਆ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕਰਕੇ ਪੁਲਿਸ ਅਧਿਕਾਰੀਆਂ ਦੇ ਨਾਂ ਜਨਤਕ ਕੀਤੇ ਗਏ। ਇੱਥੋਂ ਤੱਕ ਕਿ ਕਮਿਸ਼ਨ ਨੇ ਇਹ ਸੱਚ ਸਾਹਮਣੇ ਲਿਆਂਦਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉੱਚ ਪੁਲਿਸ ਅਧਿਕਾਰੀਆਂ ਨਾਲ ਰਾਤ ਨੂੰ 2:30 ਵਜੇ ਗੱਲਬਾਤ ਕੀਤੀ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਅਤੇ ਪੁਲਿਸ ਨੇ ਮਿਲੀਭੁਗਤ ਦੇ ਨਾਲ ਗੋਲੀकांड ਕਰਵਾਇਆ ਸੀ, ਪਰ ਸਰਕਾਰ ਇਹ ਸੱਚ ਮੰਨਣ ਲਈ ਵੀ ਤਿਆਰ ਨਹੀਂ। ਉਹਨਾਂ ਕਿਹਾ ਕਿ ਇੱਥੋਂ ਤੱਕ ਕਿ ਜਗਦੀਸ਼ ਭੋਲੇ ਵਰਗੇ ਨੇ ਜ਼ਮੀਰ ਦੀ ਆਵਾਜ਼ ਨਾਲ ਸਿੱਧੇ ਤੌਰ ਤੇ ਚਿੱਟੇ ਦੇ ਵਪਾਰੀਆਂ ਦੇ ਨਾਂ ਤੱਕ ਲੈ ਲਏ, ਪਰ ਫਿਰ ਵੀ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਰਹੀ। ਸਿੱਧੂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਸਿੱਟ ਅਤੇ SIT ਤੱਕ ਦੀ ਜਾਂਚ ਰਿਪੋਰਟ ਨੇ ਬਰਗਾੜੀ ਅਤੇ ਕੋਟਕਪੂਰਾ ਮਾਮਲਿਆਂ ਦੇ ਦੋਸ਼ੀਆਂ ਨੂੰ ਬੇਨਕਾਬ ਕਰਕੇ ਰਿਪੋਰਟ ਸਰਕਾਰ ਨੂੰ ਸੌਂਪੀ ਹੈ, ਪਰ ਸਾਰਾ ਮਾਮਲਾ ਕੁਝ ਅਣਪਛਾਤੇ ਵਿਅਕਤੀਆਂ ਤੇ ਕਾਰਵਾਈ ਕਰਕੇ ਖੂਹ ਖਾਤੇ ਦੇ ਵਿੱਚ ਪਾਇਆ ਜਾ ਰਿਹਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਖੁਦ ਸਰਕਾਰ ਇਨਵੈਸਟੀਗੇਸ਼ਨ ਏਜੰਸੀ ਹੈ। ਉਹਨਾਂ ਨੇ ਕਿਹਾ ਹੈ ਕਿ ਕੋਈ ਪੰਜਾਬ ਦੇ ਲੋਕਾਂ ਨੂੰ ਇਹ ਸਮਝਾਵੇ ਕਿ ਆਖਿਰ ਉਹ ਕਿਹੜੇ ਅਣਪਛਾਤੇ ਹਨ ਜਿਨ੍ਹਾਂ ਖਿਲਾਫ ਸਰਕਾਰ ਕਾਰਵਾਈ ਨਹੀਂ ਕਰਨਾ ਚਾਹੁੰਦੀ। ਨਵਜੋਤ ਸਿੱਧੂ ਨੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਆਖਿਰ ਹੁਣ ਤੱਕ ਚਾਰਜ ਸ਼ੀਟ ਕਿਉਂ ਨਹੀਂ ਦਿੱਤੀ ਗਈ, ਕਿਉਂਕਿ ਅਣਪਛਾਤੇ ਵਿਰੁੱਧ ਮਾਮਲਾ ਤਾਂ ਦਰਜ ਹੁੰਦਾ ਹੀ ਹੈ, ਪਰ ਤੁਸੀਂ ਕੇਸ ਦੀ ਸਹੀ ਬੁਨਿਆਦ ਰੱਖ ਕੇ ਨਹੀਂ ਕਰ ਰਹੇ। ਤੁਸੀਂ ਸਾਰਾ ਕੁਝ ਹਵਾ ਦੇ ਵਿੱਚ ਰੱਖ ਕੇ ਕੰਮ ਕਰ ਰਹੇ ਹੋ। ਉਹਨਾਂ ਕਿਹਾ ਕਿ ਮੇਰੀ ਲੜਾਈ ਅੱਜ ਵੀ ਸਿਸਟਮ ਦੇ ਨਾਲ ਹੈ ਜੋ ਸਾਨੂੰ ਫੇਲ ਕਰਨ ਦੇ ਉੱਪਰ ਤੁਲਿਆ ਹੋਇਆ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ STF ਅਤੇ ਸਿੱਟ ਦੀ ਰਿਪੋਰਟ ਜਨਤਕ ਕਰਕੇ ਸੱਚ ਅਤੇ ਮੁਜਰਮ ਸਾਹਮਣੇ ਲਿਆਂਦੇ ਜਾਣ। ਬਾਈ ਜੀ 2017 ਦੇ ਵਿੱਚ 2 ਵੱਡੇ ਮੁੱਦਿਆਂ ਦੇ ਉੱਤੇ ਇੱਕ ਸਰਕਾਰ ਲਾਹੀ ਗਈ ਸੀ ਤੇ ਦੂਜੀ ਸਰਕਾਰ ਬਣਾਈ ਗਈ ਸੀ।
ਉਹ ਦੋ ਵੱਡੇ ਮੁੱਦੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਤੇ ਦੂਜਾ ਚਿੱਟਾ ਵੇਚਣ ਵਾਲਿਆਂ ਨੂੰ, ਜਿਨ੍ਹਾਂ ਸਾਡੀ ਜਵਾਨੀ ਤੇ ਕਲੰਕ ਲਾਇਆ, ਉਹਨਾਂ ਨੂੰ ਸਜ਼ਾ ਯਾਫਤਾ ਕਰਨਾ। ਅੱਜ ਵੀ ਜੇ ਤੁਸੀਂ ਗੱਲ ਪੁੱਛਣਾ ਹੋਵੇ ਨਾ ਤੇ ਉਹਨਾਂ ਤੋਂ ਪੁੱਛੋ ਜਿਨ੍ਹਾਂ ਨਾਲ ਬੇਇਨਸਾਫੀ ਹੋਈ ਹੈ। ਪੰਜਾਬ ਦੇ ਲੋਕ ਅੱਜ ਵੀ ਗੁਰੂ ਦੇ ਬੇਅਦਬੀ ਦੇ ਇਨਸਾਫ ਨੂੰ ਉਡੀਕਦੇ ਹੈ। ਤੇ ਜੇ ਸੱਚ ਪੁੱਛੋ, ਮੈਂ ਹਮੇਸ਼ਾ ਸੱਚ ਤੇ ਪਹਿਰਾ ਦਿੱਤਾ, ਤੇ ਜੇ ਸੱਚ ਪੁੱਛੋ ਉਮੀਦ ਛੱਡੀ ਬੈਠੇ 6 ਸਾਲ। ਅੱਜ ਵੀ ਆਸ ਨਾਲ ਜਿਨ੍ਹਾਂ ਮੁੱਦਿਆਂ ਤੇ ਸਰਕਾਰ ਬਣਾਈ ਸੀ ਪੰਜਾਬ ਦੇ ਲੋਕਾਂ ਨੇ, ਉਹ ਸਵਾਲ ਬਣੇ ਖੜੇ ਆ ਸਾਡੇ ਮੂਹਰੇ। ਉਹ ਸਵਾਲ ਨੇ, STF ਦੀ ਸਥਾਪਨਾ ਹੋਈ, ਇੱਕ ਇਮਾਨਦਾਰ ਅਫਸਰ ਨੂੰ ਬਾਹਰੋਂ ਬੁਲਾਇਆ ਗਿਆ, ਲੋਕ ਉਹਦੇ ਨਾਲ ਜੋੜੇ ਗਏ, ਅਫਸਰ ਜੋੜੇ ਗਏ, ਕਰੋੜਾਂ ਰੁਪਏ ਖਰਚੇ ਗਏ, ਲਓ ਐਕਸ਼ਨ, ਲੱਖਾਂ ਘਰ ਬਰਬਾਦ ਹੋ ਗਏ। ਕੀ ਇਹ ਮੁੱਦਾ ਇੰਨਾ ਅਹਿਮ ਨਹੀਂ ਕਿ ਤੁਸੀਂ ਉਸ ਰਿਪੋਰਟ ਨੂੰ ਪੜ੍ਹ ਸਕੋ, ਰਿਪੋਰਟ ਉੱਤੇ ਐਕਸ਼ਨ ਲੈ ਸਕੋ? ਕੀ ਇਹ ਗੱਲ ਕੋਈ ਮੰਨ ਲੂ, ਇਹ ਕਿਸੇ ਨੂੰ ਹਜਮ ਹੋ ਜੂ ਕਿ ਜੀ ਪੜ੍ਹੀ ਨਹੀਂ? ਜਦੋਂ ਐਡਵੋਕੇਟ ਜਨਰਲ ਕੋਲ ਚਲੀ ਗਈ, ਉਹਨੇ ਅੱਗੇ ਸਰਕਾਰ ਨੂੰ ਭੇਜਤੀ, ਇਹ ਮੰਨਣਯੋਗ ਹੈ? ਸਰਕਾਰ ਅਜੇ ਤੱਕ ਉਸ ਰਿਪੋਰਟ ਤੇ ਬੈਠੀ ਹੈ। ਮੈਂ ਪੁੱਛਣਾ ਚਾਹਨਾ ਕਿਉਂ? ਵਾਈ? ਸਾਰਵਜਨਿਕ ਕਰਕੇ ਕਿਹਾ ਕਿ ਇਹਨਾਂ ਦੇ ਉੱਤੇ ਕੌਗਨਿਜ਼ੇਬਲ ਅਫੈਂਸ ਬਣਦਾ। ਕੌਗਨਿਜ਼ੇਬਲ, ਮੈਂ ਇੱਕ ਵਕੀਲ ਹਾਂ, ਕੌਗਨਿਜ਼ੇਬਲ ਅਫੈਂਸ ਉਹਦਾ ਮਤਲਬ ਕਿ ਬਹੁਤ ਸੀਰੀਅਸ ਕਿਸਮ ਦਾ ਦੋਸ਼ ਲੱਗਦਾ ਹੈ। ਸਮਝਾਉਂ? ਬਹੁਤ ਸੀਰੀਅਸ ਕਿਸਮ ਦਾ ਦੋਸ਼ ਲੱਗਦਾ ਵੀ ਦੋ ਬੰਦੇ ਮਰ ਗਏ ਤੇ ਕਾਸਿਆਂ ਦੇ 4-5 ਦੇ ਗੋਲੀ ਵੱਜੀ ਹੈ। ਇਹ ਅਫੈਂਸ ਬਣਦਾ। ਪੰਜਾਬ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਬਾਈ ਜੀ, ਰਿਪੋਰਟ ਟੇਬਲ ਕੀਤੀ ਗਈ, ਸਾਰਵਜਨਿਕ ਹੋ ਗਈ। ਜਿਹੜੀ ਟੇਬਲ ਹੋ ਗਈ ਲੋਕਾਂ ਦੇ ਨੁਮਾਇੰਦਿਆਂ 'ਚ ਆ ਗਈ, 2-2 ਲੱਖ ਦਾ ਇੱਕ ਬੰਦਾ ਨੁਮਾਇੰਦਾ ਹੈ, ਉਹ ਸਾਰਵਜਨਿਕ ਹੋ ਗਈ। ਰਿਪੋਰਟ ਪਬਲਿਕ ਕਰਤੀ। ਜਿਨ੍ਹਾਂ ਤੇ ਦੋਸ਼ ਲੱਗੇ ਸੀ ਉਹ ਤੇ ਮੈਦਾਨ ਛੱਡ ਕੇ ਭੱਜ ਗਏ, ਵਿਧਾਨ ਸਭਾ 'ਚੋਂ ਹੀ ਭੱਜ ਗਏ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਬਸ ਇੰਨਾ ਹੀ। ਇਮਤਿਆਜ਼ ਬਰਾੜ ਨੂੰ ਦਿਓ ਇਜਾਜ਼ਤ।